ਹੈਲੋ ਸਟੂਡੈਂਟਸ, ਲਾਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰ ਰਹੇ ਸੀ ਕਿ ਅਗਰ ਕਿਸੇ ਚਾਰਜ ਨੂੰ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਰੱਖੀਏ ਤਾਂ ਉਸ ਦੇ ਉੱਪਰ ਫੋਰਸ ਐਕਟ ਕਰ ਰਹੀ ਸੀ, ਜਿਹਨੂੰ ਅਸੀਂ ਕਿਹਾ ਸੀ ਲੌਰੈਂਟਜ਼ ਫੋਰਸ ਹੈ। ਤੇ ਉਸ ਫੋਰਸ ਦਾ ਅਸੀਂ ਐਕਸਪ੍ਰੈਸ਼ਨ ਫਾਈਂਡ ਆਊਟ ਕੀਤਾ ਤੇ ਨਾਲ ਹੀ ਨਾਲ ਇਹ ਦੱਸਿਆ ਕਿ ਉਸ ਫੋਰਸ ਦੀ ਡਾਇਰੈਕਸ਼ਨ ਕੀ ਹੋਏਗੀ। ਸਪੋਜ਼ ਕਰੋ ਕਿ ਤੁਹਾਡਾ ਜਿਹੜਾ ਚਾਰਜ ਹੈ ਉਹ ਇਸ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਿਹਾ ਹੈ ਤੇ ਮੈਗਨੈਟਿਕ ਫੀਲਡ ਹੈ ਜਿਹੜਾ ਉਹ ਲੱਗ ਰਿਹਾ ਹੈ ਇਨ ਦਾ ਡਾਇਰੈਕਸ਼ਨ ਪਰਪੈਂਡੀਕੂਲਰ ਟੂ ਦ ਮੋਸ਼ਨ ਆਫ ਦ ਚਾਰਜ। ਠੀਕ ਹੈ, ਤਾਂ ਇਸ ਕੇਸ ਦੇ ਵਿੱਚ ਬਾਈ ਯੂਜ਼ਿੰਗ ਰਾਈਟ ਹੈਂਡ ਥੰਬ ਰੂਲ ਜਿਹੜੀ ਡਾਇਰੈਕਸ਼ਨ ਹੈ ਫੋਰਸ ਦੀ ਉਹ ਕਿਵੇਂ ਹੋਏਗੀ। ਤੁਹਾਨੂੰ ਕੀ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਪਲੇਨ ਫਾਈਂਡ ਆਊਟ ਕਰੋ, ਵੈਲੋਸਿਟੀ ਵੈਕਟਰ ਤੇ ਮੈਗਨੈਟਿਕ ਫੀਲਡ ਮੀਨਸ ਡਿਸਪਲੇਸਮੈਂਟ ਵੈਕਟਰ ਤੇ ਮੈਗਨੈਟਿਕ ਫੀਲਡ ਵੈਕਟਰ ਦਾ। ਸੋ ਇਹਦਾ ਪਲੇਨ ਕਿਹੜਾ ਹੈ, ਇਹ ਬੋਰਡ ਗ੍ਰੀਨ ਬੋਰਡ ਇਸ ਦਾ ਪਲੇਨ ਹੈ। ਤਾਂ ਇਸ ਪਲੇਨ ਦੇ ਵਿੱਚ ਅਸੀਂ ਇੱਕ ਐਕਸਿਸ ਇਨਸਰਟ ਕਰਾਂਗੇ ਤੇ ਜਦੋਂ ਅਸੀਂ ਇਸ ਐਕਸਿਸ ਨੂੰ ਹੋਲਡ ਕਰਾਂਗੇ ਆਪਣੀਆਂ ਫਿੰਗਰਸ ਨੂੰ ਕਰਲ ਕਰੋ ਸਟਾਰਟਿੰਗ ਫਰੋਮ ਦਾ V ਟੂਵਰਡਸ ਮੈਗਨੈਟਿਕ ਫੀਲਡ P। ਤਾਂ ਜਿਹੜਾ ਥੰਬ ਹੋਏਗਾ ਉਹ ਪੁਆਇੰਟ ਕਰੇਗਾ ਟੂਵਰਡ ਦਾ ਡਾਇਰੈਕਸ਼ਨ ਆਫ ਫੋਰਸ। ਸੋ ਇਸ ਕੇਸ ਦੇ ਵਿੱਚ ਜਿਹੜਾ ਥੰਬ ਹੈ ਉਹ ਕਿੱਥੇ ਪੁਆਇੰਟ ਆਊਟ ਕਰ ਰਿਹਾ ਹੈ, ਆਊਟਵਰਡ। ਸੋ ਇਸ ਕੇਸ ਦੇ ਵਿੱਚ ਜਿਹੜੀ ਫੋਰਸ ਹੈ ਉਹ ਕਿੱਥੇ ਲੱਗ ਰਹੀ ਹੈ, ਆਊਟਵਰਡ ਡਾਇਰੈਕਸ਼ਨ ਦੇ ਵਿੱਚ। ਕਲੀਅਰ। ਬਟ ਅੱਜ ਦਾ ਸਾਡਾ ਟੌਪਿਕ ਇਹ ਨਹੀਂ ਹੈ, ਇੱਥੇ ਤੱਕ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਥੋੜਾ ਜਿਹਾ ਦਿਮਾਗ ਤੇ ਪ੍ਰੈਸ਼ਰ ਲਗਾਉਂਦੇ ਹਾਂ ਤੇ ਸੋਚਦੇ ਹਾਂ ਕਿ ਜਦੋਂ ਕੋਈ ਚਾਰਜ ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰਦਾ ਹੈ, ਠੀਕ ਹੈ, ਤਾਂ ਉਹ ਕਿਹੜਾ ਪਾਥ ਫੋਲੋ ਕਰਦਾ ਹੈ। ਲੈਟ ਅਸ ਸਪੋਜ਼ ਇਨੀਸ਼ੀਅਲੀ ਇਸ ਚਾਰਜ ਦੇ ਉੱਪਰ ਕੋਈ ਵੀ ਫੀਲਡ ਨਹੀਂ ਲੱਗ ਰਿਹਾ, ਠੀਕ ਹੈ। ਸਿੰਪਲੀ ਕੀ ਹੋ ਰਿਹਾ ਹੈ, ਜਿਹੜਾ ਚਾਰਜ ਹੈ ਉਹ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰ ਰਿਹਾ ਹੈ। ਇਨੀਸ਼ੀਅਲੀ ਇਸ ਦੇ ਉੱਪਰ ਕੋਈ ਮੈਗਨੈਟਿਕ ਫੀਲਡ ਨਹੀਂ ਹੈ। ਕਲੀਅਰ। ਤਾਂ ਕੀ ਹੋਏਗਾ, ਚਾਰਜ ਸਟ੍ਰੇਟ ਮੂਵ ਕਰੇਗਾ। ਬਟ ਤੁਸੀਂ ਕੀ ਕੀਤਾ, ਮੈਗਨੈਟਿਕ ਫੀਲਡ ਅਪਲਾਈ ਕਰ ਦਿੱਤਾ, ਠੀਕ ਹੈ, ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਅਪਲਾਈ ਕਰ ਦਿੱਤਾ ਲੈਟ ਅਸ ਸਪੋਜ਼। ਤਾਂ ਕੀ ਫਰਕ ਪਏਗਾ ਉਸ ਮੈਗਨੈਟਿਕ ਫੀਲਡ ਦੇ ਨਾਲ, ਮੀਨਸ ਜਿਹੜਾ ਇਹ ਚਾਰਜ ਹੈ ਇਹ ਕਿਹੜਾ ਪਾਥ ਅਡਾਪਟ ਕਰੇਗਾ, ਮੂਵ ਕਿਸ ਤਰ੍ਹਾਂ ਕਰੇਗਾ ਉਸ ਫੀਲਡ ਦੇ ਅੰਦਰ। ਜਿਸ ਤਾਂ ਅੱਜ ਦਾ ਜਿਹੜਾ ਟੌਪਿਕ ਹੈ ਉਸ ਦੇ ਵਿੱਚ ਅਸੀਂ ਕੀ ਡਿਸਕਸ ਕਰਨਾ ਹੈ, ਮੋਸ਼ਨ ਆਫ ਚਾਰਜ ਇਨ ਮੈਗਨੈਟਿਕ ਫੀਲਡ। in magnetic field। I think ਤੁਹਾਨੂੰ ਟੌਪਿਕ ਦਾ ਮੀਨਿੰਗ ਕਲੀਅਰ ਹੋ ਗਿਆ ਹੈ ਕਿ ਹੁਣ ਤੱਕ ਅਸੀਂ ਇਹ ਡਿਸਕਸ ਕੀਤਾ ਸੀ ਕਿ ਜਿਹੜਾ ਚਾਰਜ ਹੈ ਅਗਰ ਉਸਦੇ ਉੱਪਰ ਮੈਗਨੈਟਿਕ ਫੀਲਡ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਐਕਟ ਕਰ ਰਿਹਾ ਹੈ ਤਾਂ ਫੋਰਸ ਹੈ ਜਿਹੜੀ ਉਹ ਕਿਹੜੀ ਡਾਇਰੈਕਸ਼ਨ 'ਚ ਲੱਗੇਗੀ। ਮੀਨਸ ਚਾਰ ਪਰਪੈਂਡੀਕੂਲਰ ਡਾਇਰੈਕਸ਼ਨਸ ਹੁੰਦੀਆਂ ਨੇ ਤਾਂ ਚਾਰਾਂ ਦੇ ਵਿੱਚੋਂ ਜਿਹੜੀ ਫੋਰਸ ਹੈ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੋਏਗੀ, ਉਸ ਨੂੰ ਫਾਈਂਡ ਆਊਟ ਕਰਨ ਦੇ ਲਈ ਅਸੀਂ ਰਾਈਟ ਹੈਂਡ ਥੰਬ ਰੂਲ ਨੂੰ ਯੂਜ਼ ਕੀਤਾ ਤੇ ਡਾਇਰੈਕਸ਼ਨ ਫਾਈਂਡ ਆਊਟ ਕਰ ਲਈ। ਸੋ ਸਿੰਪਲ। ਬਟ ਹੁਣ ਅਸੀਂ ਇਹ ਦੱਸਣਾ ਹੈ ਕਿ ਜਦੋਂ ਅਸੀਂ ਚਾਰਜ ਨੂੰ in the absence of magnetic field ਰੱਖਿਆ ਤਾਂ ਉਹ ਇੱਕ ਲਾਈਨ ਪਾਥ ਫੋਲੋ ਕਰ ਰਿਹਾ ਹੈ, ਸਟ੍ਰੇਟ ਲਾਈਨ ਪਾਥ, ਉਹਦੇ ਉੱਤੇ ਕੋਈ ਫੀਲਡ ਨਹੀਂ ਹੈ, ਉਹ ਜੋ ਆਪਣੀ ਮਸਤੀ ਦੇ ਵਿੱਚ ਮੂਵ ਕਰਨਾ ਚਾਹ ਰਿਹਾ ਹੈ ਮੂਵ ਕਰ ਰਿਹਾ ਹੈ। ਬਟ ਹੁਣ ਤੁਸੀਂ ਉਸ ਦੇ ਉੱਪਰ ਕੁਝ ਰਿਸਟ੍ਰਿਕਸ਼ਨਸ ਲਗਾਤੀਆਂ, ਮੀਨਸ ਤੁਸੀਂ ਮੈਗਨੈਟਿਕ ਫੀਲਡ ਨੂੰ ਅਪਲਾਈ ਕਰ ਦਿੱਤਾ। ਅਪਲਾਈ ਕਰਨ ਤੋਂ ਬਾਅਦ ਤੁਸੀਂ ਆਪਣਾ ਕੰਮ ਕਰਨ ਲੱਗ ਗਏ, ਠੀਕ। ਤਾਂ ਇਹ ਜਦੋਂ ਤੁਸੀਂ ਥੋੜੀ ਦੇਰ ਬਾਅਦ ਵਾਪਸ ਆਉਂਦੇ ਹੋ ਤੇ ਦੇਖਦੇ ਹੋ ਤਾਂ ਚਾਰਜ ਨੇ ਕੁਛ ਨਾ ਕੁਛ ਪਾਥ ਤਾਂ ਫੋਲੋ ਕੀਤਾ ਹੋਏਗਾ। ਤਾਂ ਉਹ ਕਿਹੜਾ ਪਾਥ ਫੋਲੋ ਕੀਤਾ ਹੈ, ਜਿਵੇਂ ਸਪੋਜ਼ ਕਰੋ ਕੋਈ ਪੇਰੈਂਟਸ ਨੇ ਬੱਚੇ ਨੂੰ ਹੋਮਵਰਕ ਦੇ ਕੇ ਉਹਨਾਂ ਨੂੰ ਕੁਝ ਕੰਮ ਆਇਆ ਤੇ ਉਹ ਮਾਰਕੀਟ ਚਲੇ ਗਏ, ਤਾਂ ਜਦੋਂ ਵਾਪਸ ਆਉਣਗੇ ਤਾਂ ਚੈੱਕ ਕਰਨਾ ਪਏਗਾ ਕਿ ਬੱਚੇ ਨੂੰ ਜੋ ਹੋਮਵਰਕ ਦੇ ਕੇ ਗਏ ਸੀ ਉਹ ਉਸਨੇ ਕੀਤਾ ਜਾਂ ਨਹੀਂ ਤੇ ਕਿਸ ਤਰ੍ਹਾਂ ਦਾ ਕੀਤਾ, ਜੋ ਐਕਚੁਅਲੀ ਕਰਨਾ ਚਾਹੀਦਾ ਸੀ ਹੋਮਵਰਕ ਦਾ ਪਾਰਟ ਉਸਨੇ ਉਹ ਅਟੈਂਪਟ ਕਰ ਲਿਆ ਹੈ ਜਾਂ ਨਹੀਂ। ਕਲੀਅਰ। ਸੇਮ ਇਜ਼ ਹੇਅਰ। ਜਦੋਂ ਅਸੀਂ ਚਾਰਜ ਨੂੰ ਮੈਗਨੈਟਿਕ ਫੀਲਡ ਦੀ ਐਬਸੈਂਸ ਦੇ ਵਿੱਚ ਰੱਖਿਆ ਹੋਇਆ ਸੀ ਉਹ ਮੂਵ ਕਰ ਰਿਹਾ ਸੀ, ਬਟ ਜਦੋਂ ਅਸੀਂ ਉਸਦੇ ਉੱਪਰ ਮੈਗਨੈਟਿਕ ਫੀਲਡ ਅਪਲਾਈ ਕਰਤਾ ਤਾਂ ਉਸਦੇ ਉੱਪਰ ਕੁਛ ਨਾ ਕੁਛ ਇਫੈਕਟ ਪਏਗਾ। ਤਾਂ ਸਾਨੂੰ ਇਹ ਦੇਖਣਾ ਹੈ ਕਿ ਉਹ ਚਾਰਜ ਕਿਸ ਤਰ੍ਹਾਂ ਦਾ ਪਾਥ ਫੋਲੋ ਕਰਦਾ ਹੈ। ਸੋ ਅਸੀਂ ਅੱਜ ਡਿਸਕਸ ਕਰਨਾ ਹੈ ਟੌਪਿਕ ਮੋਸ਼ਨ ਆਫ ਚਾਰਜ ਇਨ ਮੈਗਨੈਟਿਕ ਫੀਲਡ। ਕਲੀਅਰ।
सो ਉਹਦੇ ਲਈ ਕੀ ਕਰਾਂਗੇ, ਸਭ ਤੋਂ ਪਹਿਲਾਂ ਇੱਕ ਚਾਰਜ ਕੰਸੀਡਰ ਕੀਤਾ ਜੋ ਕਿ मूव कर रहा है टूवर्ड द राइट हैंड डायरेक्शन। तो इस चार्ज के उपर असी मन के चल रहे हैं कि जिहड़ा मैगनैटिक फील्ड लग रहा है वो यूनीफॉर्म है। ठीक, तो परपेंडिकुलर डायरेक्शन दे विच है, ये भी मान लिया। क्लियर, परपेंडिकुलर है मोशन दे, तो नैचुरली इस दे उपर फोर्स लगेगी। हुण फोर्स का मीनिंग की हुंदा है, फोर्स का मीनिंग की हुंदा है, फोर्स लगेगी मीन्स अकॉर्डिंग टू न्यूटन सेकेंड लॉ F इज इक्वल टू ma मीन्स मास इनटू एक्सेलरेशन। सो अगर फोर्स लग रही है तो उत्थे एक्सेलरेशन जरूर होएगी। क्लियर, एक्सेलरेशन की हुंदी है, तुसी +1 दे विच काइनामैटिक्स दे विच ये चीज़ां बहुत डिटेल दे विच स्टडी कीतियां ने कि जिहड़ा भी एक्सेलरेशन है, एक्सेलरेशन का मीनिंग की होता है, कोई भी बॉडी एक्सेलरेट कर रही है मीन्स चेंज इन वेलोसिटी। वेलोसिटी होती चेंज हो रही है। सो अगर वेलोसिटी चेंज हो रही है तो असी डिस्टेंस इस इक्वेशन दे नाल ते उसकी जिहड़ी वेलोसिटी है वो कैलकुलेट कर सकते हैं यूजिंग दीज इक्वेशंस ऑफ मोशन। ये भी तुसी दोनों इक्वेशंस +1 दे विच बहुत डिटेल दे विच स्टडी कर चुके हो। क्लियर, एक बारी दोबारा देख लो क्योंकि थोड़ा इंपॉर्टेंट टॉपिक है ते नाल ही नाल थोड़े लिए बिल्कुल न्यू कॉन्सैप्ट है। हुण तक असी बेसिकली की कीता सी, असी एक फोर्स मैगनैटिक फोर्स डिस्कस की जिहड़ी कि इलैक्ट्रिक ते ग्रैविटेशनल नालों एंटायरली डिफरेंट है। ये साइडवेज फोर्स है तो इसका मैगनीट्यूड असी कैलकुलेट किया, फॉर्मूला दे बनाया, दैन असी इसकी डायरेक्शन फाइंड आउट की। इत्थे तक बहुत ईजी हो गया काम। ठीक है, हुण असी डिस्कस करना है कि अगर किसी चार्ज नूं मैगनैटिक फील्ड दे विच रखीए तो उसकी डायरेक्शन की होएगी, वो पाथ किहड़ा फॉलो करेगा। क्लियर, ਉਹਦੇ ਲਈ ਅਸੀਂ ਦੱਸਿਆ कि इसके ऊपर फोर्स लगेगी, फोर्स किहड़ी डायरेक्शन च लग रही है, आउटवर्ड डायरेक्शन दे विच। क्लीयर होगी गल। ठीक है, आउटवर्ड डायरेक्शन च फोर्स लग रही है, गल क्लीयर। फोर्स मीन्स एक्सेलरेशन, एक्सेलरेट कर लिया अकॉर्डिंग टू न्यूटन्स लॉ, F इज इक्वल टू ma हुंदा है। ठीक है, एक्सेलरेशन का मतलब की हुंदा है, चेंज इन वेलोसिटी मीन्स उस चार्ज की वेलोसिटी है जिहड़ी ओह एक्सेलरेट कर रहा मीनस वेलोसिटी चेंज हो रही है। तो इस चीज़ को असी कैलकुलेट कर सकते हैं कि कुछ टाइम के बाद उस चार्ज ने कितनी डिस्टेंस ट्रैवल की फ्रॉम द इक्वेशन ut + ½ at²। तो वेलोसिटी कैलकुलेट करनी है आफ्टर सम टाइम, तो इस इक्वेशन को यूज़ करके असी कैलकुलेट कर सकते हैं। क्लीयर हो गया। हुण अगला स्टैप की है, असी दसना है कि पाथ किवें चेंज होगा। उसके लिए असी टीचिंग एड की हेल्प लवांगे तो इस चीज़ को असी रिमूव करते हैं। देखो बच्चों, ध्यान नाल समझना है कि किवें इसकी डायरेक्शन है जिहड़ी वो चेंज होएगी। देखो वेलोसिटी वैक्टर को असी रिप्रेजेंट कर रहे हैं इस डायरेक्शन दे विच। ठीक है, मैगनैटिक फील्ड लग रहा है परपेंडिकुलर डायरेक्शन च। तो मैं हुणे तुहानूं दस के चुकी हाँ, अकॉर्डिंग टू राइट हैंड थंब रूल जिहड़ी फोर्स है वो किस तरह लगेगी। इत्थे फोर्स एक इमेजनरी एक्सिस है, जिहड़ा असी लास्ट लैक्चर दे विच रूल डिस्कस कीता सी। असी उस एक्सिस को होल्ड करांगे, स्मॉलर एंगल विच इसनूं मूव करना है फ्रॉम वेलोसिटी वैक्टर टू द मैगनैटिक फील्ड वैक्टर। सो अपनी फिंगर्स नूं असी कर्ल करना स्टार्ट करांगे तो जिहड़ी फोर्स है वो किस डायरेक्शन दे विच लग रही है, आउटवर्ड डायरेक्शन दे विच। ठीक, हुण सपोज करो कुछ एक सैकेंड के बाद जदों चार्ज पार्टिकल के उपर आउटवर्ड फोर्स लग रही है तो वह थोड़ा जा अप आ जाएगा। मीनस मैं वेलोसिटी वैक्टर नूं इस एरो दे नाल रिप्रेजेंट कर रही हाँ, तो मैगनैटिक फील्ड है जिहड़ा थोड़ा अपवर्ड डायरेक्शन दे विच एक्ट कर रहा है। तो फर्स्ट फ्रैक्शन ऑफ सैकेंड तो बाद की होएगा, जदों इस चार्ज पार्टिकल के उपर आउटवर्ड फोर्स लगेगी तो यह थोड़ा टिल्ट हो जाएगा। ठीक है, हुण प्लेन केड़ा हो गया, हुण प्लेन आ हो गया। देखो इस दे विच थोड़ा गैप आ गया है। अगर तुसी ध्यान नाल ऑब्जर्व करो तो बोर्ड और इस नोटबुक पहला बिल्कुल बोर्ड के ऊपर सी इस तरह। ठीक है, बट फर्स्ट फ्रैक्शन ऑफ सैकेंड तो बाद की होया, जदों चार्ज के ऊपर अपवर्ड फोर्स लग रही है तो की होएगा, वो थोड़ा टिल्ट हो जाएगा। हुण प्लेन केड़ा है, दिस प्लेन।
ਤਾਂ ਜਦੋਂ ਹੁਣ ਫੋਰਸ ਲੱਗੇਗੀ ਇਸ ਪਲੇਨ ਦੇ ਉੱਪਰ ਲੱਗੇਗੀ, ਦੈਨ ਆਊਟਵਰਡ ਇਹ ਥੋੜਾ ਹੋਰ ਟਿਲਟ ਹੋ ਜਾਏਗਾ। ਅਗੇਨ ਫੋਰਸ ਲੱਗੇਗੀ, ਉਹ ਥੋੜਾ ਹੋਰ ਟਿਲਟ ਹੋ ਜਾਏਗਾ ਕਿਉਂਕਿ ਉਸਦਾ ਪਲੇਨ ਚੇਂਜ ਹੋ ਰਿਹਾ ਹੈ। ਫਿਰ ਫੋਰਸ ਲੱਗੇਗੀ ਆਊਟਵਰਡ ਡਾਇਰੈਕਸ਼ਨ ਦੇ ਵਿੱਚ, ਫਿਰ ਥੋੜਾ ਟਿਲਟ ਹੋ ਜਾਏਗਾ। ਫਿਰ ਫੋਰਸ ਲੱਗੇਗੀ ਆਊਟਵਰਡ, ਦੇਖੋ ਮੇਰਾ ਥੰਬ ਜਿਸ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਿਹਾ ਹੈ ਉਸ ਡਾਇਰੈਕਸ਼ਨ ਦੇ ਵਿੱਚ ਹੌਲੀ 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 ਚਾਰਜ ਪਾਰਟੀਕਲ ਮੂਵ ਕਰਨਾ ਸ਼ੁਰੂ ਕਰ ਦੇਗਾ। ਤਾਂ ਬੇਸਿਕਲੀ ਕੀ ਹੋ ਰਿਹਾ ਹੈ, ਸਭ ਤੋਂ ਪਹਿਲਾਂ ਚਾਰਜ ਪਾਰਟੀਕਲ ਦੀ ਜਿਹੜੀ ਪੋਜੀਸ਼ਨ ਸੀ ਉਹ ਇਹ ਪਲੇਨ ਸੀ ਪੈਰਲਲ ਟੂ ਦਿਸ ਬੋਰਡ। ਫਰਸਟ ਫ੍ਰੈਕਸ਼ਨ ਆਫ ਸੈਕਿੰਡ ਤੋਂ ਬਾਅਦ ਉਹ ਥੋੜਾ ਟਿਲਟ ਹੋ ਗਿਆ, ਫਿਰ ਹੋਰ ਟਿਲਟ ਹੋ ਗਿਆ ਕਿਉਂਕਿ ਫੋਰਸ ਹੈ ਜਿਹੜੀ ਉਹ ਆਊਟਵਰਡ ਲੱਗ ਰਹੀ ਹੈ, ਹਰ ਵਾਰ ਪਲੇਨ ਚੇਂਜ ਹੋ ਰਿਹਾ ਹੈ। ਤਾਂ ਇਸ ਮੋਸ਼ਨ ਨੂੰ ਅਸੀਂ ਕੀ ਕਵਾਂਗੇ, ਇਹ ਮੋਸ਼ਨ ਕਿਹੜਾ ਹੈ, ਹਰ ਵਾਰ ਚਾਰਜ ਟਿਲਟ 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 ਪਲੇਨ ਚੇਂਜ ਹੋਏਗਾ, ਹਰ ਵਾਰ ਆਊਟਵਰਡ ਡਾਇਰੈਕਸ਼ਨ ਦੇ ਵਿੱਚ ਫੋਰਸ ਲੱਗ ਰਹੀ ਹੈ ਤੇ ਇਹ ਪਾਥ ਅਡਾਪਟ ਕੀਤਾ। ਸੋ ਅਸੀਂ ਕੀ ਕਹਿ ਸਕਦੇ ਹਾਂ ਕਿ ਜਦੋਂ ਵੀ ਅਸੀਂ ਚਾਰਜ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ, ਮੈਗਨੈਟਿਕ ਫੀਲਡ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਪਰਪੈਂਡੀਕੂਲਰ ਹੈ ਟੂ ਦਾ ਮੋਸ਼ਨ ਆਫ ਦਾ ਚਾਰਜ, ਤਾਂ ਜਿਹੜਾ ਚਾਰਜ ਹੈ ਉਹ ਕਿਹੜਾ ਪਾਥ ਫੋਲੋ ਕਰਦਾ ਹੈ, सर्कुलर मोशन, सर्कुलर पाथ अडॉप्ट करता है। ठीक है, हुण जिस तरह असी आई थिंक तुसी कदे कोलू वाला बैल देखा होएगा जो पुराने टाइम दे विच तेल निकालन दे लई या होर बहुत परपसेस लई यूज़ किया जाता सी, उस दे विच भी सेम चीज़ सी। सेंटर दे विच एक पॉइंट फिक्स है और बैल इस तरह उत्ते अराउंड मूव करता रहता सी। मीनस जिवें असी एनिमल्स तो काम ले रहे सी उसे तरह हुण असी की कर रहे हैं, एक चार्ज पार्टिकल नूं मैगनैटिक फील्ड के अंदर मूव करवा रहे हैं जिहड़ा कि उसकी डायरैक्शन ऑफ मोशन के परपेंडिकुलर है। सो वो भी किहड़ा पाथ फॉलो कर रहा है, सर्कुलर मोशन। लास्ट लैक्चर दे विच मैं तुहानूं दस्सिया सी अपने इसे यूनिट दे कि जिहड़े इलैक्ट्रिक मोटर सी जिहड़ी कि माइकल फैराडे ने बनाई सी, ਉਹਦੇ ਵਿੱਚ ਵੀ ਅਗਰ ਤੁਸੀਂ ਅਬਜ਼ਰਵ ਕੀਤਾ ਹੋਏ ਤਾਂ ਜਿਹੜੀ ਵਾਇਰ ਸੀ ਜਦੋਂ ਅਸੀਂ ਬੈਟਰੀ ਦੇ ਨਾਲ ਕਨੈਕਟ ਕੀਤਾ ਰੋਡ ਨੂੰ, ਤਾਂ ਮੈਗਨੇਟ ਦੇ ਇਫੈਕਟ ਦੇ ਨਾਲ ਉਹ ਵੀ ਸਰਕੂਲਰ ਮੋਸ਼ਨ ਦੇ ਵਿੱਚ ਮੂਵ ਕਰ ਰਹੀ ਸੀ। ਮੀਨਸ ਅਸੀਂ ਇਹ ਸਾਰਾ ਕੁਝ ਕਿਉਂ ਸਟੱਡੀ ਕਰ ਰਹੇ ਹਾਂ, ਕਿਉਂਕਿ ਅਸੀਂ ਆਪਣੀ ਲਾਈਫ ਨੂੰ ਈਜ਼ੀ ਬਣਾ ਰਹੇ ਹਾਂ। ਇਹਨਾਂ ਇਨਸਟਰੂਮੈਂਟਸ ਨੂੰ ਯੂਜ਼ ਕਰਕੇ ਅਸੀਂ ਕੀ ਕਰ ਰਹੇ ਹਾਂ, ਆਪਣੀ ਲਾਈਫ ਨੂੰ ਈਜ਼ੀ ਬਣਾ ਕੇ ਡਿਫਰੈਂਟ ਇਨਸਟਰੂਮੈਂਟਸ ਨਿਊ ਇਨਵੈਂਸ਼ਨਸ ਕਰਦੇ ਹਾਂ ਤੇ ਆਪਣਾ ਕੰਮ ਈਜ਼ੀ ਕਰਦੇ ਹਾਂ ਕਿਉਂਕਿ ਇਹਨਾਂ ਤੋਂ ਕੰਮ ਕਰਵਾਉਣਾ ਹੈ। ठीक है, सो इस केस दे विच भी जिहड़ा चार्ज पार्टिकल है वो किहड़ा मोशन अडॉप्ट करेगा, सर्कुलर मोशन। क्लियर, हुण इस सर्कुलर मोशन नूं लीनियर मोशन दे विच कन्वर्ट करके भी तुसी यूज़ कर सकते हो या इसे सर्कुलर मोशन नूं भी यूज़ कर सकते हो फॉर डिफरेंट टू कैलकुलेट डिफरेंट फिनोमिना। किसी भी फिनोमिना नूं करन दे लई इन्हां नूं यूज़ किया जाता है। क्लियर, हुण एक क्वेश्चन होर है कि ਅਸੀਂ ਇੰਨਾ ਤਾਂ ਦੱਸਦਾ ਕਿ ਜਿਹੜਾ ਚਾਰਜ ਪਾਰਟੀਕਲ ਹੈ ਜਦੋਂ ਉਹ ਮੈਗਨੈਟਿਕ ਫੀਲਡ ਦੇ ਅੰਦਰ ਅਸੀਂ ਰੱਖਾਂਗੇ ਉਹ ਮੂਵ ਕਰੇਗਾ। ਅਗਰ ਮੈਗਨੈਟਿਕ ਫੀਲਡ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਲੱਗ ਰਿਹਾ ਹੈ ਤਾਂ ਚਾਰਜ ਪਾਰਟੀਕਲ ਕਿਹੜੀ ਡਾਇਰੈਕਸ਼ਨ ਫੋਲੋ ਕਰੇਗਾ, ਸਰਕੂਲਰ ਮੋਸ਼ਨ। ਮੀਨਸ ਉਹ ਇੱਕ ਸਰਕਲ ਦੇ ਵਿੱਚ ਮੂਵ ਕਰੇਗਾ। ਠੀਕ ਹੈ, ਹੁਣ ਸਰਕਲ ਦੇ ਵਿੱਚ ਮੂਵ ਕਰਨ ਦੇ ਲਈ ਜਿਹੜੀ ਫੋਰਸ ਹੈ ਉਹ ਕਿੱਥੇ ਐਕਟ ਕਰੇਗੀ, ਕਿਸ ਤਰ੍ਹਾਂ ਐਕਟ ਕਰੇਗੀ। ਚਾਰਜ ਪਾਰਟੀਕਲ ਮੂਵ ਕਰ ਰਿਹਾ ਹੈ ਇਸ ਸਰਕਲ ਦੇ ਵਿੱਚ। ਠੀਕ ਹੈ, ਤਾਂ ਜਿਹੜੀ ਫੋਰਸ ਹੈ ਐਕਟਿੰਗ ਕਰ ਰਹੀ ਹੈ ਚਾਰਜ ਦੇ ਉੱਪਰ, ਮੀਨਸ ਅਗਰ ਫੋਰਸ ਅਸੀਂ ਕਹਿ ਰਹੇ ਹਾਂ ਲੱਗ ਰਹੀ ਹੈ ਤਾਂ ਐਕਸਲਰੇਸ਼ਨ ਵੀ ਪ੍ਰੋਡਿਊਸ ਹੋਣੀ ਚਾਹੀਦੀ ਹੈ। ਠੀਕ ਹੈ, ਐਕਸਲਰੇਸ਼ਨ ਪ੍ਰੋਡਿਊਸ ਹੋ ਰਹੀ ਹੈ, ਇਸ ਦਾ ਮੀਨਿੰਗ ਕੀ ਹੈ ਕਿ ਜਿਹੜੀ ਵੈਲੋਸਿਟੀ ਹੈ ਉਹ ਚੇਂਜ ਹੋ ਰਹੀ ਹੈ। ਬਟ ਕੀ ਵੈਲੋਸਿਟੀ ਚੇਂਜ ਹੋ ਰਹੀ ਹੈ, ਐਕਚੁਅਲ ਦੇ ਵਿੱਚ ਚੇਂਜ ਹੋ ਰਹੀ ਹੈ ਜਾਂ ਨਹੀਂ ਹੋ ਰਹੀ। देखो जी फोर्स है वो हमेशा एक्ट करेगी टुवर्ड द सेंटर, बट वेलोसिटी वेक्टर की है लाइक दिस, फोर्स ऑलवेज पॉइंट टुवर्ड द डायरेक्शन ऑफ टुवर्ड द सेंटर। ते वेलोसिटी है। ਹੁਣ ਅਸੀਂ ਕਹਿ ਰਹੇ ਹਾਂ ਕਿ ਫੋਰਸ ਲੱਗ ਰਹੀ ਹੈ ਟੁਵਰਡ ਦਾ ਸੈਂਟਰ। ਫੋਰਸ ਦਾ ਮੀਨਿੰਗ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ, ਅਕੋਰਡਿੰਗ ਟੂ ਨਿਊਟਨ ਸੈਕਿੰਡ ਲਾਅ ਫੋਰਸ ਕੀ ਹੈ, ਅਗਰ ਲੱਗ ਰਹੀ ਹੈ ਤਾਂ ਮੀਨਸ ਐਕਸਲਰੇਸ਼ਨ ਹੋਏਗੀ। ਐਕਸਲਰੇਸ਼ਨ ਹੋਏਗੀ
ਤਾਂ ਇਟ ਮੀਨਸ ਕਿ ਜਿਹੜੀ ਵੈਲੋਸਿਟੀ ਹੈ ਉਹ ਚੇਂਜ ਹੋ ਰਹੀ ਹੈ, ਠੀਕ ਹੈ। ਬਟ ਅਗਰ ਅਸੀਂ ਇਸ ਚੀਜ਼ ਨੂੰ ਆਬਜ਼ਰਵ ਕਰੀਏ ਤਾਂ ਵੈਲੋਸਿਟੀ ਚੇਂਜ ਨਹੀਂ ਹੋ ਰਹੀ। ਕਿਉਂ ਨਹੀਂ ਹੋ ਰਹੀ? ਉਹਦਾ ਕੀ ਰੀਜ਼ਨ ਹੈ? ਅਗਰ ਤੁਸੀਂ ਇਸ ਡਾਇਗਰਾਮ ਨੂੰ ਧਿਆਨ ਨਾਲ ਆਬਜ਼ਰਵ ਕਰੋ ਤਾਂ ਇੱਕ ਚੀਜ਼ ਤੁਹਾਡੇ ਸਾਹਮਣੇ ਬੜੀ ਕਲੀਅਰ ਹੈ ਕਿ ਜਿਹੜੀ ਫੋਰਸ ਹੈ, ਉਹ ਫੋਰਸ ਤੇ ਵੈਲੋਸਿਟੀ ਦੋਨਾਂ ਦੇ ਵਿੱਚ ਜਿਹੜਾ ਐਂਗਲ ਬਣ ਰਿਹਾ ਹੈ ਉਹ ਹਮੇਸ਼ਾ ਕਿੰਨਾ ਹੈ? 90 ਡਿਗਰੀ ਦਾ, ਠੀਕ ਹੈ। ਤਾਂ ਵਰਕ ਡਨ ਕਿੰਨਾ ਹੋਏਗਾ? 0। ਵਰਕ ਡਨ 0 ਹੋਏਗਾ, ਠੀਕ। ਹੁਣ ਵਰਕ ਡਨ 0 ਦਾ ਕੀ ਮੀਨਿੰਗ ਹੈ? ਦੇਖੋ, એનર્ਜੀ ਨੂੰ ਚੇਂਜ ਕਰਨਾ ਹੈ। એનર્ਜੀ ਨੂੰ ਚੇਂਜ ਕਰਨ ਦੇ ਦੋ ਹੀ ਤਰੀਕੇ ਨੇ। ਅਗਰ ਤੁਸੀਂ ਮੇਰੇ ਲੈਕਚਰਸ ਸੁਣੇ ਨੇ ਧਿਆਨ ਨਾਲ +1 ਦੇ ਥਰਮੋਡਾਇਨਾਮਿਕਸ ਦੇ, ਤਾਂ ਮੈਂ ਉੱਥੇ ਬੜੇ ਹੀ ਡਿਟੇਲ ਦੇ ਵਿੱਚ ਔਰ ਬਹੁਤ ਹੀ ਸਿੰਪਲ ਵੇ ਦੇ ਨਾਲ ਉੱਥੇ ਐਕਸਪਲੇਨ ਕੀਤਾ ਸੀ ਕਿ ਜਿਹੜੀ એનર્ਜੀ ਹੈ ਉਹਨੂੰ ਚੇਂਜ ਕਰਨ ਦੇ ਸਿਰਫ ਔਰ ਸਿਰਫ ਦੋ ਹੀ ਤਰੀਕੇ ਨੇ। ਜਾਂ ਤਾਂ ਸਾਨੂੰ ਵਰਕ ਕਰਨਾ ਪਏਗਾ ਜਾਂ ਸਾਨੂੰ ਹੀਟ ਕਰਨਾ ਪਏਗਾ, ਠੀਕ ਹੈ। ਹੁਣ ਵਰਕ ਡਨ ਉਰੇ ਕੀ ਹੈ? 0। ਵਰਕ ਡਨ ਕਿੰਨਾ ਹੈ? 0। એનર્ਜੀ ਨੂੰ ਚੇਂਜ ਕਰਨ ਦੇ ਦੋ ਹੀ ਮੈਥਡਸ ਨੇ, ਜਾਂ ਅਸੀਂ ਵਰਕ ਕਰੀਏ ਜਾਂ ਅਸੀਂ ਹੀਟ ਕਰੀਏ। ਬਟ ਇਨ ਦਿਸ ਕੇਸ ਜਿਹੜਾ ਵਰਕ ਡਨ ਹੈ ਉਹ ਕੀ ਹੈ? 0। ਕਿਉਂਕਿ ਇਸੇ ਯੂਨਿਟ ਦੇ ਵਿੱਚ ਜੋ ਪਹਿਲਾ ਲੈਕਚਰਸ ਅਸੀਂ ਕਰ ਚੁੱਕੇ ਹਾਂ ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਫੋਰਸ ਹੈ ਨਾ ਕਿ ਉਹ ਸਿਰਫ ਵੈਲੋਸਿਟੀ ਦੇ ਪਰਪੈਂਡੀਕੂਲਰ ਹੈ, ਬਲਕਿ ਉਹ ਮੈਗਨੈਟਿਕ ਫੀਲਡ ਦੇ ਵੀ ਪਰਪੈਂਡੀਕੂਲਰ ਹੈ। ਸੋ ਐਵਰੀ ਪੁਆਇੰਟ, ਜੋ ਵੀ ਇਸ ਸਰਕਲ ਤੇ ਕੋਈ ਵੀ ਪੁਆਇੰਟ ਹੋਏਗਾ, ਫੋਰਸ ਹੈ ਜਿਹੜੀ ਉਹ ਐਕਟ ਕਰੇਗੀ ਟੂਵਰਡ ਦਾ ਸੈਂਟਰ, ਬਟ ਜਿਹੜੀ ਵੈਲੋਸਿਟੀ ਹੈ ਹਮੇਸ਼ਾ ਉਸਦੇ 90 ਡਿਗਰੀ ਤੇ ਐਕਟ ਕਰੇਗੀ। ਕਲੀਅਰ? ਸੋ ਹਮੇਸ਼ਾ ਵਰਕ ਡਨ ਕਿੰਨਾ ਹੋਏਗਾ? 0। ਸੋ એનર્ਜੀ ਚੇਂਜ ਹੋਏਗੀ? ਨਹੀਂ ਹੋਏਗੀ। ਕਿਉਂ? ਕਿਉਂਕਿ ਵਰਕ ਡਨ ਕਿੰਨਾ ਹੈ? 0। ਸੋ देयरफॉर एनर्जी विल नॉट चेंज। जे एनर्जी चेंज नहीं हो रही, ਇਹਦਾ मतलब ਕੀ ਹੈ? वेलोसिटी मीन्स मैग्नीट्यूड ऑफ वेलोसिटी, मैग्नीट्यूड ऑफ वेलोसिटी will not change। सिर्फ चेंज की होएगा, मैग्नीट्यूड ऑफ वेलोसिटी चेंज नहीं हो रहा। सिर्फ और सिर्फ अगर तुसी डायग्राम ਨੂੰ ਧਿਆਨ ਨਾਲ ऑब्जर्व करो, चेंज की हो रही है सिर्फ और सिर्फ डायरेक्शन, ओनली डायरेक्शन चेंजेस। क्लियर? मीन्स मैग्नीट्यूड चेंज नहीं होएगा, सिर्फ और सिर्फ की चेंज होएगी? डायरेक्शन चेंज होएगी वेलोसिटी दी। सो ਇੱਥੇ ਤੱਕ ਅਸੀਂ ਕੀ ਡਿਸਕਸ ਕਰ ਲਿਆ? ਦੋ ਚੀਜ਼ਾਂ ਮੈਂ ਰਿਮਾਈਂਡ ਕਰਵਾ ਦੀਆਂ ਤੁਹਾਨੂੰ। ਕੀ ਹੈ? ਪਹਿਲੀ ਗੱਲ, ਅਗਰ ਅਸੀਂ ਕਿਸੇ ਵੀ ਚਾਰਜ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖ ਰਹੇ ਹਾਂ ਤਾਂ ਜਦੋਂ ਉਹ ਮੂਵ ਕਰੇਗਾ ਉਹ ਕਿਹੜਾ ਪਾਥ ਫੋਲੋ ਕਰੇਗਾ? ਸਰਕੂਲਰ ਮੋਸ਼ਨ। ਪਹਿਲਾ ਪੁਆਇੰਟ, ਪਹਿਲਾ ਇੰਪੋਰਟੈਂਟ ਪੁਆਇੰਟ। ਦੂਸਰਾ ਇੰਪੋਰਟੈਂਟ ਪੁਆਇੰਟ ਕੀ ਹੈ ਕਿ ਨੋ ਡਾਊਟ ਉਹ ਇੱਕ ਸਰਕਲ ਦੇ ਵਿੱਚ ਮੂਵ ਕਰੇਗਾ, ਐਕਸਲਰੇਟ ਕਰੇਗਾ, ਬਟ ਉਸਦੀ ਵੈਲੋਸਿਟੀ ਹੈ ਜਿਹੜੀ ਉਹ ਚੇਂਜ ਨਹੀਂ ਹੋਏਗੀ। वेलोसिटी के ऊपर कोई इफेक्ट नहीं पएगा। चेंज की होएगी? सिर्फ और सिर्फ डायरेक्शन। क्यों? क्योंकि वेलोसिटी परपेंडिकुलर है इत्थे फोर्स दे, ते वर्क डन कितना होएगा? 0। अगर तुसी +1 दा वर्क एनर्जी एंड पावर दा चैप्टर बहुत ध्यान नाल पढ़िया है तो तुहानू इस क्वेश्चन का आंसर भी मिल जाना चाहिए है। तो सैकेंड थिंग की है? एनर्जी नू चेंज करन दे दो ही तरीके ने, या असी वर्क करिए या असी हीट करिए। बट इन द प्रेजेंट केस जिहड़ा वर्क डन है वो 0 है, सो एनर्जी भी की होएगी? 0 होएगी। सो अगर एनर्जी 0 है इसका मतलब कि मैग्नीट्यूड ऑफ वेलोसिटी विल नॉट चेंज, नहीं चेंज होएगा। क्लियर? चेंज की होएगी सिर्फ और सिर्फ डायरेक्शन। सो ਜਦੋਂ ਵੀ ਕਿਸੇ ਚਾਰਜ ਪਾਰਟੀਕਲ ਨੂੰ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਰੱਖਾਂਗੇ ਉਹ ਹਮੇਸ਼ਾ ਸਰਕੂਲਰ ਪਾਥ ਫੋਲੋ ਕਰੇਗਾ। ਅਗਰ ਮੈਗਨੈਟਿਕ ਫੀਲਡ ਉਸ ਦੇ ਪਰਪੈਂਡੀਕੂਲਰ ਡਾਇਰੈਕਸ਼ਨ ਚ ਐਕਟ ਕਰ ਰਿਹਾ ਹੈ ਤੇ ਫੋਰਸ ਪੁਆਇੰਟ ਕਰੇਗੀ ਟੂਵਰਡ ਦਾ ਸੈਂਟਰ, ਐਂਡ ਹਰ ਪੁਆਇੰਟ ਦੇ ਉੱਪਰ ਜਿਹੜਾ ਚਾਰਜ ਪਾਰਟੀਕਲ ਹੈ ਉਹਦੀ ਵੈਲੋਸਿਟੀ ਦੀ ਡਾਇਰੈਕਸ਼ਨ ਚੇਂਜ ਹੋਏਗੀ, ਬਟ ਮੈਗਨੀਟਿਊਡ ਚੇਂਜ ਨਹੀਂ ਹੋਏਗਾ। और यही चीज़ है जी वो साइक्लोट्रॉन के बेसिस बनेगी, जो कि असी इस यूनिट दे विच स्टडी करना है। क्लियर? सो नैक्सट असी देखते हैं कि इस सर्कल का रेडियस कितना होएगा ते इस सर्कल की फ्रीक्वेंसी चार्ज पार्टिकल की जी फ्रीक्वेंसी है वो कितनी होएगी। सो फस्ट ऑफ ऑल असी कैलकुलेट करांगे रेडियस ऑफ द सर्कल। तो जदों असी ये कैलकुलेशनस करांगे
ਉਦੋਂ ਇੱਕ ਚੀਜ਼ ਨੂੰ ਧਿਆਨ ਰੱਖਿਓ ਕਿ ਜਿਹੜੇ ਵੀ ਇਹਦੇ ਰਿਜ਼ਲਟਸ ਨੇ ਉਹ ਸਾਨੂੰ ਯੂਜ਼ ਕਰਾਂਗੇ ਅਸੀਂ ਉਹਨਾਂ ਰਿਜ਼ਲਟਸ ਨੂੰ ਜਦੋਂ ਅਸੀਂ ਸਾਈਕਲੋਟ੍ਰੋਨ ਬਾਰੇ ਪੜ੍ਹਨਾ ਹੈ। ਬਹੁਤ ਹੀ ਇੰਪॉर्टेंट ਟੌਪਿਕ ਹੈ ਇਸ ਯੂਨਿਟ ਦਾ ਔਰ ਬਹੁਤ ਹੀ ਇੰਟਰਸਟਿੰਗ ਚੀਜ਼ ਹੈ। ਜਨਰਲੀ ਜੋ ਵੀ ਸਟੂਡੈਂਟਸ ਨੇ ਉਹਨਾਂ ਨੂੰ ਇੱਕ ਡਿਫਿਕਲਟ ਇਸ ਕਰਕੇ ਲੱਗਦਾ ਹੈ ਕਿਉਂਕਿ ਸਾਰੀ ਥਿਓਰੇਟੀਕਲ ਸਟੱਡੀ ਹੈ, ਕਰੀ ਜਾਓ ਬਟ ਜਦੋਂ ਤੁਸੀਂ ਇੱਕ ਵਾਰੀ ਇਸ ਦੇ ਕਨਸੈਪਟ ਨੂੰ ਅੰਡਰਸਟੈਂਡ ਕਰ ਲਿਆ ਤਾਂ ਇਸ ਤੋਂ ਈਜ਼ੀ ਕੁਝ ਵੀ ਨਹੀਂ ਹੈ। ਜਿਵੇਂ ਪਹਿਲਾਂ ਤੁਹਾਨੂੰ ਲੋਰੈਂਸ ਫੋਰਸ ਡਿਫਿਕਲਟ ਲੱਗ ਰਹੀ ਸੀ ਬਟ ਜਦੋਂ ਅਸੀਂ ਉਸ ਨੂੰ ਇੱਕ ਪ੍ਰੋਪਰ ਵੇ ਦੇ ਨਾਲ ਸਟੱਡੀ ਕੀਤਾ ਤਾਂ ਸਾਨੂੰ ਕੀ ਪਤਾ ਲੱਗਿਆ ਕਿ ਇਹ ਸਿਰਫ ਬਾਕੀ ਫੋਰਸਿਸ ਨਾਲੋਂ ਇੰਨੀ ਕੁ ਡਿਫਰੈਂਟ ਹੈ ਕਿ ਬਾਕੀ ਜਿਹੜੀਆਂ ਇਲੈਕਟ੍ਰਿਕ ਜਾਂ ਗ੍ਰੈਵਿਟੇਸ਼ਨਲ ਫੋਰਸਿਸ ਨੇ ਉਹ ਪੁਸ਼ ਔਰ ਪੁੱਲ ਨੇ ਬਟ ਜਿਹੜੀ ਲੋਰੈਂਸ ਫੋਰਸ ਹੈ ਉਹ ਕੀ ਹੈ, ਸਾਈਡਵੇਜ਼ ਹੈ, ਹਮੇਸ਼ਾ ਐਕਟ ਕਰਦੀ ਹੈ ਪਰਪੈਂਡੀਕੂਲਰ ਟੂ ਦ ਡਾਇਰੈਕਸ਼ਨ ਆਫ ਮੋਸ਼ਨ ਆਫ ਚਾਰਜ। ਸੋ ਸਿੰਪਲ। ਹੁਣ ਜੇ ਤੁਹਾਨੂੰ ਕੋਈ ਪੁੱਛ ਲਵੇ ਕਿ ਲੋਰੈਂਸ ਫੋਰਸ ਕੀ ਹੈ ਤਾਂ ਤੁਸੀਂ ਬੜੇ ਈਜ਼ੀਲੀ ਦੱਸ ਸਕਦੇ ਹੋ ਔਰ ਉਹਨਾਂ ਨੂੰ ਵੀ ਮੋਗਲੀ ਭੀਮ ਵਾਲੀ ਸਟੋਰੀ ਜ਼ਰੂਰ ਸੁਣਾਉਣਾ, ਠੀਕ ਹੈ। ਚਲੋ ਭੀਮ ਐਂਡ ਬਰੂਸ ਲੀ ਵਾਲੀ ਕਲੀਅਰ। ਹੁਣ ਅਸੀਂ ਕੀ ਕੈਲਕੂਲੇਟ ਕਰਨਾ ਹੈ, ਹੁਣ ਅਸੀਂ ਕੈਲਕੂਲੇਟ ਕਰਨਾ ਹੈ ਰੇਡੀਅਸ ਆਫ ਦੀ ਸਰਕਲ, ਠੀਕ ਹੈ। ਜਿਸ ਸਰਕਲ ਦੇ ਵਿੱਚ ਸਾਡਾ ਚਾਰਜ ਪਾਰਟੀਕਲ ਮੂਵ ਕਰ ਰਿਹਾ ਹੈ ਅਸੀਂ ਉਸ ਸਰਕਲ ਦੇ ਵਿੱਚ ਦਾ ਰੇਡੀਅਸ ਕੈਲਕੂਲੇਟ ਕਰਨਾ ਹੈ। ਅਗਰ ਤੁਸੀਂ ਮਕੈਨਿਕਸ ਪੜ੍ਹੀ ਹੈ, ਠੀਕ ਹੈ, ਸਪੋਜ਼ ਕਰੋ ਇਸ ਸਰਕਲ ਦੇ ਰੇਡੀਅਸ ਨੂੰ ਮੈਂ ਡਿਨੋਟ ਕਰ ਰਹੀ ਹਾਂ ਸਮੋਲ r ਦੇ ਨਾਲ। ਮਕੈਨਿਕਸ ਸਟੱਡੀ ਕੀਤੀ ਹੈ ਤਾਂ ਤੁਹਾਨੂੰ ਪਤਾ ਹੋਏਗਾ ਕਿ ਜਦੋਂ ਵੀ ਕੋਈ ਚਾਰ ਪਾਰਟੀਕਲ ਸਰਕਲ ਦੇ ਵਿੱਚ ਕੋਈ ਵੀ ਪਾਰਟੀਕਲ ਹੈ ਜਾਂ ਬੋਡੀ ਹੈ ਸਰਕਲ ਦੇ ਵਿੱਚ ਮੂਵ ਕਰਦੀ ਹੈ ਤਾਂ ਜਿਹੜੀ ਫੋਰਸ ਹੈ ਉਹ ਕਿੰਨੀ ਐਕਟ ਕਰਦੀ ਹੈ, mv²/r। ਹੁਣ ਚਾਰਜ ਪਾਰਟੀਕਲ ਦੇ ਕੇਸ ਦੇ ਵਿੱਚ ਇਹ ਫੋਰਸ ਕਿੰਨੀ ਹੈ, qvd। ਇਹ ਅਸੀਂ ਕੈਲਕੂਲੇਟ ਕਰ ਚੁੱਕੇ ਸੀ। q ਕੀ ਹੈ, मैग्नीट्यूड ऑफ द चार्ज, v की है वेलोसिटी एंड v की है स्ट्रेंथ ऑफ मैग्नेटिक फील्ड। सो एक इस दे इक्वल आ जाएगी mv²/r। ਹੁਣ ਅਸੀਂ ਕੈਲਕੂਲੇਟ ਕੀ ਕਰਨਾ ਹੈ, ਇੱਕ v ਕੈਂਸਲ ਆਊਟ ਹੋ ਜਾਏਗਾ ਤਾਂ ਸਾਨੂੰ r ਦੀ ਵੈਲਿਊ ਚਾਹੀਦੀ ਹੈ ਤਾਂ qb ਸਾਡੇ ਕੋਲ ਕਿੰਨਾ ਆ ਗਿਆ, mv/r। ਸੋ r means radius of the circle ਕਿਸ ਦੇ ਇਕੁਅਲ ਆ ਗਿਆ, qb। ਇਹਦਾ मीनिंग ਕੀ ਹੈ, ਇਸ ਇਕੁਏਸ਼ਨ ਨੂੰ ਬੜੀ ਧਿਆਨ ਨਾਲ ਆਬਜ਼ਰਵ ਕਰੋ। ਦੇਖੋ ਇਸਦਾ ਕੀ मीनिंग ਹੈ ਕਿ ਜਿਹੜਾ ਰੇਡੀਅਸ ਆਫ ਦਾ ਸਰਕਲ ਹੈ ਉਹ ਕਿਸ ਦੇ ਉੱਪਰ ਡਿਪੈਂਡ ਕਰ ਰਿਹਾ ਹੈ, ਮਾਸ ਇਨਟੂ ਵੈਲੋਸਿਟੀ। ਤੇ ਮਾਸ ਇਨਟੂ ਵੈਲੋਸਿਟੀ ਕਿਸ ਦੇ ਇਕੁਅਲ ਹੁੰਦਾ ਹੈ, p। p ਕੀ ਹੈ, ਮੋਮੈਂਟਮ। मास इंटू वेलोसिटी मीन्स मोमेंटम ਦੇ ਇਕੁਅਲ ਹੈ, ਠੀਕ ਹੈ। ਇਹਦਾ ਕੀ मीनिंग ਹੈ ਕਿ ਅਗਰ ਤੁਸੀਂ ਕਿਸੇ ਵੀ ਚਾਰਜ ਪਾਰਟੀਕਲ ਨੂੰ ਮੈਗਨੈਟਿਕ ਫੀਲਡ ਦੇ ਅੰਦਰ ਪ੍ਰੋਜੈਕਟ ਕਰਦੇ ਹੋ ਵਿਦ ਹਾਈ ਵੈਲੋਸਿਟੀ, ਜਿੰਨੀ ਜ਼ਿਆਦਾ ਵੈਲੋਸਿਟੀ ਹੋਏਗੀ ਉਨਾ ਹੀ ਰੇਡੀਅਸ ਇਨਕਰੀਜ਼ ਹੋਏਗਾ ਕਿਉਂਕਿ ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਵੈਲੋਸਿਟੀ ਦੇ। ਕਲੀਅਰ। ਇਟ ਮੀਨਸ ਕਿ ਅਗਰ ਤੁਸੀਂ ਕਿਸੇ ਵੀ ਚਾਰਜਡ ਪਾਰਟੀਕਲ ਨੂੰ ਮੈਗਨੈਟਿਕ ਫੀਲਡ ਦੇ ਅੰਦਰ ਰਿਲੀਜ਼ ਕਰ ਰਹੇ ਹੋ with higher velocity then ਕੀ ਹੋਏਗਾ, ਉਸਦਾ ਜਿਹੜਾ radius ਹੈ ਉਹ increase ਹੋ ਜਾਏਗਾ। I repeat, it is a very important point to be discussed ਕਿ ਜਦੋਂ ਵੀ ਅਸੀਂ ਕਿਸੇ ਵੀ charged particle ਨੂੰ velocity high ਦੇ ਨਾਲ magnetic field ਦੇ ਅੰਦਰ release ਕਰਾਂਗੇ ਤਾਂ ਜਿਹੜਾ circle ਹੈ जिस सर्कुलर पाथ वो अडॉप्ट करेगा तो जेड़ा रेडियस ऑफ द सर्कल है वो इंक्रीज हो जाएगा अगर असी वेलोसिटी इंक्रीज कर दिया। नाउ लेट अस सपोज पहला तुसी 10 मीटर पर सेकंड दी वेलोसिटी दे नाल कुछ रिलीज कोई चार्ज पार्टिकल रिलीज किया तो सपोज सर्कल आ बन रहा सी। हुण तुसी वेलोसिटी नू इंक्रीज करता 20 मीटर पर सेकंड तो सर्कल किहड़ा बनेगा, आउटर। मीन्स कहने का भाव की है कि जिमें जिमें तुसी वेलोसिटी नू इंक्रीज करते जाओगे उवें उवें जिहड़ा रेडियस ऑफ द सर्कल है जिहदे विच ओह पार्टिकल मूव करेगा वो भी नाल नाल इंक्रीज करता जाएगा। एंड दिस पॉइंट इज़ वेरी इंपॉर्टेंट क्योंकि साइक्लोट्रॉन दे विच असी इसे कॉन्सैप्ट नू यूज़ करना है। नथिंग न्यू देयर, जो भी हम डिस्कस कर रहे हैं इसे चीज़ नू मैंने दोबारा उत्ते रिपीट करना है। क्लियर। इस इक्वेशन नू भी तुसी याद रखना है तो इस रिजल्ट नू भी तुसी याद रखना है।
ਸੈਕੰਡ ਵੈਰੀ ਇੰਪੋਰਟੈਂਟ ਥਿੰਗ, ਕਿਉਂਕਿ ਹੁਣ ਇਹ ਚਾਰਜ ਪਾਰਟੀਕਲ ਸਰਕਲ ਦੇ ਵਿੱਚ ਮੂਵ ਕਰ ਰਿਹਾ ਹੈ, ਸੋ ਇਸ ਦੀ ਕੁਝ ਨਾ ਕੁਝ ਐਂਗੂਲਰ ਫ੍ਰੀਕੁਐਂਸੀ ਹੋਏਗੀ। ਠੀਕ ਹੈ, ਹੁਣ ਅਸੀਂ ਉਹ ਵੀ ਕੈਲਕੂਲੇਟ ਕਰਨੀ ਹੈ ਕਿ ਐਂਗੂਲਰ ਫ੍ਰੀਕੁਐਂਸੀ ਕਿੰਨੀ ਹੋਏਗੀ, ਐਂਡ ਦ ਰਿਜ਼ਲਟ ਆਫ दैट इज ਆਲਸੋ ਵੈਰੀ ਇੰਟਰਸਟਿੰਗ। ਐਂਗੂਲਰ ਫ੍ਰੀਕੁਐਂਸੀ v upon r, v ਕੀ ਹੈ ਇੱਥੇ velocity and r is the radius। ਠੀਕ ਹੈ, ਤਾਂ v radius ਦੀ ਵੈਲਿਊ ਤੁਸੀਂ ਆਲਰੇਡੀ ਕੈਲਕੂਲੇਟ ਕਰ ਲਈ, ਉਸੇ ਨੂੰ ਮੈਂ ਇੱਥੇ ਪੁੱਟ ਕਰਨ ਲੱਗੀ ਹਾਂ। v into mv नीचे आ जाएगा, qb ऊपर चला जाएगा, v नाल v कैंसिल आउट हो गया। ठीक है, then it will become qb upon mr, but ओमेगा किस दे इक्वल ਹੁੰਦਾ ਹੈ 2 pi nu। नहीं r ਦੀ ਵੈਲਿਊ ਤਾਂ ਅਸੀਂ ਪੁੱਟ ਕਰ ਚੁੱਕੇ ਹਾਂ, v qb upon m ਆਏਗਾ ਸਿਰਫ 2 pi nu is equal to qb upon m। nu ਚਾਹੀਦਾ ਹੈ ਸਾਨੂੰ ਫ੍ਰੀਕੁਐਂਸੀ qb upon 2 pi m। Again very interesting and strange thing, ਅਗਰ ਤੁਸੀਂ ਇਸ ਇਕੁਏਸ਼ਨ ਨੂੰ ਧਿਆਨ ਨਾਲ ਦੇਖੋ ਤਾਂ ਜਿਹੜੀ ਫ੍ਰੀਕੁਐਂਸੀ ਹੈ ਉਹ ਕਿਸ ਦੇ ਉੱਪਰ ਡਿਪੈਂਡ ਕਰ ਰਹੀ ਹੈ, ਮੈਗਨੀਟਿਊਡ ਆਫ ਚਾਰਜ, strength of magnetic field and inversely proportional to the mass। ਇਸ ਇਕੁਏਸ਼ਨ ਦੇ ਵਿੱਚ ਕਿਤੇ ਵੀ velocity ਨਹੀਂ ਆ ਰਹੀ। ਇਸ ਦਾ ਕੀ ਮੀਨਿੰਗ ਹੋਇਆ? ਫ੍ਰੀਕੁਐਂਸੀ ਦਾ ਮੀਨਿੰਗ ਕੀ ਹੁੰਦਾ ਹੈ ਕਿ ਕਿੰਨੇ ਸਰਕਲ ਇੱਕ ਸੈਕਿੰਡ ਦੇ ਵਿੱਚ ਕੰਪਲੀਟ ਹੋ ਰਹੇ ਨੇ, ਜਾਂ ਇੱਕ ਸਰਕਲ ਕੰਪਲੀਟ ਕਰਨ ਨੂੰ ਕਿੰਨਾ ਟਾਈਮ ਲੱਗ ਰਿਹਾ ਹੈ, ਕਿਉਂਕਿ ਨਿਊ ਇਜ਼ ਇਕੁਅਲ ਟੂ 1/t ਹੁੰਦਾ, ਰੈਸਿਪਰੋਕਲ ਹੈ। ਠੀਕ ਹੈ, ਤਾਂ ਅਗਰ ਇਹ ਵੈਲੋਸਿਟੀ ਦੇ ਇੰਡੀਪੈਂਡੈਂਟ ਹੈ, ਇਸ ਦਾ ਮੀਨਿੰਗ ਕੀ ਹੋਇਆ? ਇਸ ਦਾ ਬਹੁਤ ਇੰਟਰਸਟਿੰਗ ਮੀਨਿੰਗ ਨਿਕਲਿਆ ਹੈ ਕਿ ਜਿੰਨਾ ਟਾਈਮ ਚਾਰਜ ਪਾਰਟੀਕਲ ਨੂੰ ਇਸ ਸਰਕਲ ਨੂੰ ਕੰਪਲੀਟ ਕਰਨ ਦੇ ਲਈ ਲੱਗੇਗਾ, ਅਗਰ ਅਸੀਂ ਵੈਲੋਸਿਟੀ ਨੂੰ ਇਨਕਰੀਜ਼ ਕਰ ਦਈਏ ਤਾਂ ਰੇਡੀਅਸ ਇਨਕਰੀਜ਼ ਹੋ ਜਾਏਗਾ। ਰੇਡੀਅਸ ਇਨਕਰੀਜ਼ ਹੋ ਗਿਆ, ਬਟ frequency is independent of velocity। so ਜਿੰਨਾ ਟਾਈਮ ਇਸ ਸਰਕਲ ਨੂੰ ਕੰਪਲੀਟ ਕਰਨ ਦੇ ਵਿੱਚ ਲੱਗਿਆ ਸੀ, ਸੇਮ ਟਾਈਮ ਲੱਗੇਗਾ ਜਦੋਂ ਉਸ ਦਾ ਰੇਡੀਅਸ ਇਨਕਰੀਜ਼ ਹੋ ਗਿਆ। ਮੀਨਸ ਕਿ ਰੇਡੀਅਸ ਜਿੰਨਾ ਮਰਜ਼ੀ ਇਨਕਰੀਜ਼ ਹੋ ਜਾਏ, ਜਿੰਨਾ ਟਾਈਮ ਪਾਰਟੀਕਲ ਨੂੰ ਫਰਸਟ ਸਰਕਲ ਕੰਪਲੀਟ ਕਰਨ ਦੇ ਲਈ ਲੱਗਿਆ ਹੈ, ਉਨਾ ਹੀ ਟਾਈਮ ਲੱਗੇਗਾ ਜਦੋਂ ਉਹ ਸੈਕਿੰਡ ਸਰਕਲ, ਥਰਡ, means ਜਿੰਨੀ ਮਰਜ਼ੀ ਤੁਸੀਂ velocity ਨੂੰ increase ਕਰਦੇ ਰਹੋ, the time taken by the charged particle to complete one circle will remain same। clear? ਇਹ ਬਹੁਤ ਜ਼ਿਆਦਾ important observation ਹੈ। I request ਕਿ ਤੁਸੀਂ ਆਹ lecture ਹੈ ਜਿਹੜਾ ਬਹੁਤ ਹੀ ਧਿਆਨ ਨਾਲ ਦੁਬਾਰਾ ਸੁਣਨਾ ਹੈ ਇੱਕ ਵਾਰ, ਕਿਉਂਕਿ ਇੱਕ ਵਾਰੀ ਅਗਰ ਤੁਹਾਡੇ ਮਾਈਂਡ ਦੇ ਵਿੱਚ ਇਹ ਚੀਜ਼ ਫਿੱਟ ਹੋ ਗਈ ਤਾਂ ਤੁਹਾਨੂੰ ਜਿਹੜਾ ਮੈਗਨੇਟਿਜ਼ਮ ਹੈ ਉਹ ਡਿਫਿਕਲਟ ਨਹੀਂ ਲੱਗੇਗਾ, ਕਿਉਂਕਿ ਇਹ ਕਨਸੈਪਟ ਨੇ ਜਿਹੜੇ ਸਮਝਣ ਵਾਲੇ ਨੇ। ਠੀਕ ਹੈ, ਬੁੱਕਸ ਦੇ ਵਿੱਚੋਂ ਤੁਸੀਂ ਨੋ ਡਾਊਟ ਪੜ੍ਹ ਕੇ ਰੱਟਾ ਲਗਾ ਲਓਗੇ, ਬਟ ਜੋ ਚੀਜ਼ਾਂ ਸਮਝ ਕੇ ਇੱਕ ਵਾਰੀ ਮਾਈਂਡ ਸੈਟ ਹੋ ਗਿਆ, ਨਿਊਮੈਰੀਕਲਸ ਦੇ ਵਿੱਚ ਕੈਲਕੂਲੇਸ਼ਨਸ ਇੰਨੀਆਂ ਇੰਪੋਰਟੈਂਟ ਨਹੀਂ ਹੁੰਦੀਆਂ, ਉਹ ਹਰ ਇੱਕ ਕੋਈ ਕਰ ਲੈਂਦਾ ਹੈ, ਬਟ ਐਗਜ਼ਾਮ ਦੇ ਵਿੱਚ ਜਦੋਂ ਤੁਸੀਂ ਬੈਠਦੇ ਹੋ, ਨੀਟ ਦਾ ਪੇਪਰ ਦਿੰਦੇ ਹੋ ਜਾਂ ਐਂਟਰੈਂਸ ਕੋਈ ਵੀ ਕ੍ਰੈਕ ਕਰਨਾ ਹੁੰਦਾ ਹੈ, ਉੱਥੇ ਤੁਹਾਡੀ ਨੌਲੇਜ ਚੈੱਕ ਹੁੰਦੀ ਹੈ। ਠੀਕ ਹੈ, ਉਹ ਤੁਸੀਂ ਤਦੀ ਅਟੈਂਪਟ ਕਰ ਪਾਓਗੇ ਅਗਰ ਤੁਹਾਨੂੰ ਬੇਸਿਕ ਅੰਡਰਸਟੈਂਡਿੰਗ ਹੈ। ਠੀਕ ਹੈ, ਸੋ ਦੇਖੋ ਦੋਨੋਂ ਰਿਜ਼ਲਟਸ ਬਹੁਤ ਇੰਪੋਰਟੈਂਟ ਨੇ। ਪਹਿਲੇ ਦੇ ਵਿੱਚ ਅਸੀਂ ਕੀ ਦੱਸਿਆ ਹੈ ਕਿ ਜਿਹੜੀ ਵੈਲੋਸਿਟੀ ਹੈ ਉਹ ਰੇਡੀਅਸ ਇਨਕਰੀਜ਼ ਕਰੇਗੀ, ਮੀਨਸ ਰੇਡੀਅਸ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਵੈਲੋਸਿਟੀ ਦੇ, ਮੋਮੈਂਟਮ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਜਿੰਨੀ ਜ਼ਿਆਦਾ ਵੈਲੋਸਿਟੀ ਨਾਲ ਤੁਸੀਂ ਕਿਸੇ ਵੀ ਚਾਰਜ ਪਾਰਟੀਕਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰਿਲੀਜ਼ ਕਰੋਗੇ, ਉਨਾ ਜ਼ਿਆਦਾ ਉਸਦਾ ਰੇਡੀਅਸ ਹੈ ਜਿਹੜਾ ਉਹ ਇਨਕਰੀਜ਼ ਹੁੰਦਾ ਜਾਏਗਾ। ਬਟ ਜਿਹੜਾ ਟਾਈਮ ਹੈ ਇੱਕ ਸਰਕਲ ਨੂੰ ਕੰਪਲੀਟ ਕਰਨ ਦਾ, that is independent of velocity। it means the charged particle will take same time to complete this circle and even the bigger circle। ਸੋ ਦੋਨੋਂ ਹੀ ਜਿਹੜੇ ਰਿਜ਼ਲਟਸ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਤੇ ਇਹਨਾਂ ਦੋਨਾਂ ਦੇ ਬੇਸ ਤੇ ਹੀ ਅਸੀਂ ਸਟੱਡੀ ਕਰਾਂਗੇ ਆਪਣੇ ਕਮਿੰਗ ਲੈਕਚਰਸ ਦੇ ਵਿੱਚ ਸਾਈਕਲੋਟਰੋਨ ਨੂੰ।
दोनों ही क्वेश्चनस ਨੂੰ ਅਸੀਂ ਉੱਥੇ ਦੁਬਾਰਾ ਯੂਜ਼ ਕਰਾਂਗੇ। ਤੁਹਾਨੂੰ ਮੈਂ ਮੀਨਿੰਗ ਦੱਸਾਂਗੀ ਕਿ ਕੀ ਹੈ ਸਾਈਕਲੋਟ੍ਰੋਨ ਦਾ, ਪਹਿਲਾਂ ਉਸਦੇ ਕਨਸੈਪਟ ਨੂੰ ਅੰਡਰਸਟੈਂਡ ਕਰਾਂਗੇ, ਦੈਨ ਲੇਟਰ ਔਨ ਅਸੀਂ ਦੇਖਾਂਗੇ ਕਿ ਜਿਹੜਾ ਸਾਈਕਲੋਟ੍ਰੋਨ ਹੈ ਉਹਦੀ ਕੰਸਟਰਕਸ਼ਨ ਤੇ ਵਰਕਿੰਗ ਕਿਸ ਤਰ੍ਹਾਂ ਦੀ ਹੈ, ਬਟ ਦ ਬੇਸਿਕ ਥਿੰਗ ਵਿਲ ਰਿਮੇਨ ਸੇਮ ਦੇਅਰ। ਯਾਰ ਸੋ ਹੁਣ ਤੱਕ ਅਸੀਂ ਕੀ ਡਿਸਕਸ ਕੀਤਾ ਹੈ ਕਿ ਕਿਸੇ ਵੀ ਚਾਰਜਡ ਪਾਰਟੀਕਲ ਨੂੰ ਅਗਰ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ ਤਾਂ ਉਸ ਦਾ ਮੋਸ਼ਨ ਕਿਸ ਤਰ੍ਹਾਂ ਦਾ ਹੋਏਗਾ, ਕਿਵੇਂ ਉਹ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰੇਗਾ, ਉਸ ਦੀ ਡਾਇਰੈਕਸ਼ਨ ਕੀ ਹੋਏਗੀ। ਠੀਕ ਹੈ, ਉਸ ਫਿਰ ਅਸੀਂ ਦੱਸਿਆ ਕਿ ਉਹ ਸਰਕੂਲਰ ਪਾਥ ਫੋਲੋ ਕਰੇਗਾ। ਸਰਕੂਲਰ ਪਾਥ ਦੇ ਵਿੱਚ ਅਸੀਂ ਦੱਸਿਆ ਕਿ ਕਿਹੜੀਆਂ ਚੀਜ਼ਾਂ ਦੇ ਉੱਪਰ ਉਹ ਕਿਹੜੀਆਂ ਕੁਆਂਟੀਟੀਜ਼ ਦੇ ਉੱਪਰ ਉਹ ਡਿਪੈਂਡ ਕਰਦਾ ਹੈ। ਕਲੀਅਰ, ਤਾਂ ਕੁਆਂਟੀਟੀਜ਼ ਦੀ ਡਿਪੈਂਡੈਂਸ ਦੱਸੀ ਤੇ ਬਹੁਤ ਹੀ ਇੰਟਰਸਟਿੰਗ 2 ਰਿਜ਼ਲਟਸ ਡਿਸਕਸ ਕੀਤੇ। ਕਲੀਅਰ, ਸੋ ਸਟੂਡੈਂਟਸ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ ਮੋਸ਼ਨ ਆਫ ਚਾਰਜਡ ਪਾਰਟੀਕਲ ਇਨ ਮੈਗਨੈਟਿਕ ਫੀਲਡ, ਤੇ ਇਸ ਦੇ ਵਿੱਚ ਜੋ ਹੁਣ ਤੱਕ ਦੀ ਸਾਡੀ ਨੌਲੇਜ ਸੀ ਮੈਗਨੈਟਿਕ ਫੀਲਡ ਬਾਰੇ ਉਸ ਨੂੰ ਅਸੀਂ ਥੋੜਾ ਹੋਰ ਇਨਕਰੀਜ਼ ਕੀਤਾ। ਠੀਕ ਹੈ, ਹੁਣ ਤੱਕ ਦੈਟ ਮੀਨਸ ਕਿ ਹੁਣ ਤੱਕ ਸ਼ੁਰੂ ਤੋਂ ਲੈ ਕੇ ਇਸ ਲੈਕਚਰ ਤੱਕ ਅਸੀਂ ਕੀ ਡਿਸਕਸ ਕਰ ਚੁੱਕੇ ਹਾਂ, ਕੀ ਸਾਡੀ ਨੌਲੇਜ ਦੇ ਵਿੱਚ ਇੰਕਰੀਮੈਂਟ ਹੋ ਗਿਆ ਹੈ ਕਿ ਜਦੋਂ ਵੀ ਕਿਸੇ ਵੀ ਚਾਰਜਡ ਪਾਰਟੀਕਲ ਨੂੰ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰਵਾਉਂਦੇ ਹਾਂ ਤੇ ਮੈਗਨੈਟਿਕ ਫੀਲਡ ਅਗਰ ਐਕਟ ਕਰ ਰਿਹਾ ਹੈ ਇਨ ਦਾ ਡਾਇਰੈਕਸ਼ਨ ਪਰਪੈਂਡੀਕੂਲਰ ਟੂ ਦਾ ਡਾਇਰੈਕਸ਼ਨ ਆਫ मोशन ऑफ द चार्ज पार्टिकल तो उसके उपर एक साइडवेज फोर्स लगेगी तो उस फोर्स नू असी की कहांगे लॉरेंट्ज फोर्स। ठीक है, उसका एक्सप्रैशन की सीगा फोर्स किसके इक्वल है V क्रॉस D, मीनस कि यह 4 वेरिएबल्स के ऊपर डिपेंड कर रही है, वेलोसिटी, मैग्नेटिक फील्ड, चार्ज एंड द डायरेक्शन इन विच द चार्ज पार्टिकल इज मूविंग। क्लीयर, उस तो बाद असी ये डिस्कस किया अज जो इंक्रीमेंट होया साडी नॉलेज दे विच की होया कि जदों ये चार्ज पार्टिकल है जिहड़ा अगर मैगनैटिक फील्ड इसकी डायरेक्शन परपेंडिकुलर लग रहा है तो यह पाथ केड़ा फॉलो करेगा। क्लीयर, एक चीज़ मैं इत्थे बार बार रिपीट कर रही हाँ, क्यों कर रही हाँ, उसका एक रीज़न है। रीज़न ये है कि मैं इस लैक्चर दे विच ये दस्या है कि अगर जिहड़ा चार्ज पार्टिकल है वो परपेंडिकुलर है, मीनस वेलोसिटी v वैक्टर एंड b वैक्टर दोनों के विच जिहड़ा एंगल है वो 90 डिग्री का है। सिर्फ असी वही केस डिस्कस किया है। नैक्सट लैक्चर दे विच असी इस तो अगला स्टैप डिस्कस करांगे कि अगर एंगल 90 ना बने कोई होर एंगल बने उस केस दे विच जिहड़ा चार्ज पार्टिकल है वो केड़ा पाथ फॉलो करेगा। क्लियर, सो ਉਹਦੇ बारे ਅਸੀਂ अपने नैक्सट लैक्चर च पढ़ांगे। ਹੁਣ तक ਅਸੀਂ ਕੀ देख लिया कि ਜਿਹੜਾ चार्ज पार्टिकल है उस मीनस वेलोसिटी और अगर मैगनैटिक फील्ड उसकी परपेंडिकुलर डायरैक्शन ਦੇ ਵਿੱਚ एक्ट कर रहा है तो वो ਕਿਹੜਾ पाथ फॉलो करेगा, सर्कुलर पाथ। और इस चीज़ ਨੂੰ ਤੁਸੀਂ याद रखना है। ठीक है, सर्कुलर पाथ फॉलो करेगा तो हर पॉइंट के उपर जी फोर्स है वो टूवर्ड द सेंटर एक्ट करेगी। फोर्स एक्ट कर रही है इसका मतलब एक्सेलरेशन होनी चाहिए है, चेंजिंग वेलोसिटी होना चाहिए, बट वेलोसिटी चेंज नहीं होती। ठीक है, क्यों नहीं होती, क्योंकि एंगल कितना बन रहा है बिटवीन बोथ दी वैक्टर्स फोर्स एंड वेलोसिटी वैक्टर 90 डिग्री का। अगर एंगल 90 है इसका मतलब की होया +1 दे विच वर्क एनर्जी पावर वाला चैप्टर याद करो, वर्क डन कितना होएगा 0 होएगा। वर्क डन 0 है इसका मतलब की होया कि जिहड़ी एनर्जी है वो चेंज नहीं होएगी, क्योंकि एनर्जी 2 ही तरीके नाल चेंज होती है, या वर्क नाल या हीट नाल। सो नहीं चेंज होएगी एनर्जी, दैट मीनस कि जिहड़ी वेलोसिटी है उसका मैग्नीट्यूड चेंज नहीं होएगा, सिर्फ और सिर्फ डायरैक्शन चेंज होएगी। क्लियर, दैन असी फाइंड आउट किया रेडियस ऑफ द सर्कल जिहदे विच चार्ज पार्टिकल मूव करेगा एंड द फ्रीक्वेंसी। तो दोनों ही रिजल्ट्स बहुत अमेजिंग ने और दोनों नूं तुसीं बहुत ही अच्छे तरीके दे नाल याद करना है तो समझ के याद करना है, क्योंकि अपने कमिंग लैक्चर्स दे विच असीं डिस्कस करांगे साइक्लोट्रॉन ते उहदे विच उहनां नूं यूज़ करांगे। सो स्टूडेंट्स अज दे लैक्चर दे लई इन्ना ही, मिलांगे अपने अगले लैक्चर च ते डिस्कस करांगे कि अगर ये एंगल 90 डिग्री ना होए फिर जिहड़ा चार्ज पार्टिकल है वो केड़ा पाथ फॉलो करेगा। थैंक यू।